ਆਪਣੇ ਪੁੱਤ ਨੂੰਹ ਦੀ ਰੋਜ਼ ਦੀ ਲੜਾਈ ਤੋਂ ਤੰਗ ਆ ਕੇ ਕਰਨੈਲ ਆਪਣੇ ਕਮਰੇ ਵਿੱਚ ਗਿਆ ਅਤੇ ਆਪਣਾ ਬੈਗ ਕੱਢਣ ਲੱਗਿਆ। ਉਸਨੇ ਕੁਝ ਕੱਪੜੇ ਬੈਗ ਵਿੱਚ ਪਾਏ ਅਤੇ ਆਪਣੀ ਪਤਨੀ ਦੀ ਤਸਵੀਰ ਨੂੰ ਉਠਾਇਆ ਤੇ ਸੋਚਣ ਲੱਗਿਆ ਕਿ ਕਿੰਨੇ ਚਾਵਾਂ ਨਾਲ ਪਾਲਿਆ ਸੀ ਮੈਂ ਆਪਣਾ ਪੁੱਤ। ਇਹ ਸੋਚਦੇ ਸੋਚਦੇ ਉਹ ਰੋਣ ਲੱਗ ਪਏ ਅਤੇ ਅੱਖਾਂ ਪੂੰਝ ਕੇ ਉਹਨਾਂ ਨੇ ਆਪਣੇ ਇੱਕ ਦੋਸਤ ਨੂੰ ਫੋਨ ਕੀਤਾ ਜਿਹੜਾ ਬਿਰਧ ਆਸ਼ਰਮ ਵਿੱਚ ਰਹਿੰਦਾ ਸੀ। ਭਰੇ ਹੋਏ ਗਲ ਨਾਲ ਉਸਨੂੰ ਦੱਸਿਆ ਕਿ ਉਹ ਵੀ ਬਿਰਧ ਆਸ਼ਰਮ ਵਿੱਚ ਰਹਿਣਾ ਚਾਹੁੰਦਾ ਹੈ। ਇਹ ਗੱਲ ਸੁਣਦੇ ਹੀ ਉਸਦਾ ਦੋਸਤ ਹੈਰਾਨ ਰਹਿ ਗਿਆ। ਉਹਦੇ ਕੋਲ ਪੁੱਛਣ ਲਈ ਕੋਈ ਸ਼ਬਦ ਹੀ ਨਹੀਂ ਬਚਿਆ। ਕਰਨੈਲ ਨੇ ਬਸ ਇੰਨਾ ਹੀ ਕਿਹਾ ਕਿ ਮੈਂ ਰੋਜ਼-ਰੋਜ਼ ਦੀ ਲੜਾਈ ਤੋਂ ਤੰਗ ਆ ਗਿਆ ਹਾਂ। ਮੈਂ 1 ਘੰਟੇ ਵਿੱਚ ਤੇਰੇ ਕੋਲ ਪਹੁੰਚ ਰਿਹਾ ਹਾਂ। ਜਦੋਂ ਉਹ ਆਪਣਾ ਘਰ-ਬਾਰ ਛੱਡ ਕੇ ਆਪਣਾ ਬੈਗ ਲੈ ਕੇ ਨਿਕਲਣ ਲੱਗਿਆ ਤਾਂ ਉਸਨੇ ਵੇਖਿਆ ਕਿ ਉਸਦਾ ਪੁੱਤ ਅਤੇ ਨੂੰਹ ਆਪਣੇ ਕਮਰੇ ਵਿੱਚ ਬੈਠੇ ਚਾਹ ਦਾ ਆਨੰਦ ਲੈ ਰਹੇ ਸੀ। ਪਰੰਤੂ ਉਹਨਾਂ ਦੋਨਾਂ ਵਿੱਚੋਂ ਕਿਸੇ ਨੇ ਵੀ ਨਹੀਂ ਪੁੱਛਿਆ ਕਿ ਤੁਸੀਂ ਆਪਣਾ ਸਮਾਨ ਲੈ ਕੇ ਕਿੱਥੇ ਜਾ ਰਹੇ ਹੋ। ਨਾ ਹੀ ਕਿਸੇ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਰੋਜ਼-ਰੋਜ਼ ਦੇ ਅਪਮਾਨ ਤੇ ਜਿੱਲਤ ਭਰੀ ਜ਼ਿੰਦਗੀ ਤੋਂ ਤੰਗ ਆ ਕੇ ਕਰਨੈਲ ਬਿਰਧ ਆਸ਼ਰਮ ਪਹੁੰਚ ਗਿਆ। ਥੋੜੇ ਹੀ ਸਮੇਂ ਵਿੱਚ ਬਿਰਧ ਆਸ਼ਰਮ ਵਿੱਚ ਉਸਦੇ ਬਹੁਤ ਸਾਰੇ ਦੋਸਤ ਬਣ ਗਏ। ਉਹ ਸਾਰਿਆਂ ਨਾਲ ਆਪਣਾ ਦੁੱਖ ਦਰਦ ਵੰਡਦੇ, ਗੱਲਾਂ ਕਰਦੇ ਤੇ ਰੋਜ਼ ਸੁਬਾਹ ਇੱਕ ਐਕਸਰਸਾਈਜ਼ ਵੀ ਕਰਦੇ। ਹੌਲੀ-ਹੌਲੀ ਕਰਨੈਲ ਦਾ ਆਸ਼ਰਮ ਵਿੱਚ ਦਿਲ ਲੱਗਣ ਲੱਗਾ। ਘਰ ਤੋਂ ਬਾਅਦ ਬਿਰਧ ਆਸ਼ਰਮ ਉਸਨੂੰ ਸਕੂਨ ਦੇ ਰਿਹਾ ਸੀ। ਸਾਰੇ ਲੋਕ ਇਕੱਠੇ ਖਾਣਾ ਖਾਂਦੇ ਸੀ, ਜਦ ਕਿ ਘਰ ਵਿੱਚ ਰੋਜ਼ ਕਲੇਸ਼ ਨਾਲ ਕਰਨੈਲ ਦਾ ਦਿਲ ਦੁਖੀ ਹੋ ਜਾਂਦਾ ਸੀ। ਉਹ ਹਮੇਸ਼ਾ ਆਪਣੀ ਪਤਨੀ ਦੀ ਫੋਟੋ ਨਾਲ ਗੱਲਾਂ ਕਰਦਾ ਹੋਇਆ ਕਹਿੰਦਾ ਕਿ ਤੂੰ ਮੈਨੂੰ ਪਹਿਲਾਂ ਹੀ ਛੱਡ ਕੇ ਚਲੀ ਗਈ ਤੇ ਪਰੰਤੂ ਉਸਦੇ ਬੇਟੇ ਨੇ ਵੀ ਉਹਦਾ ਸਾਥ ਨਹੀਂ ਦਿੱਤਾ, ਜਿਸ ਲਈ ਮੈਂ ਕਦੇ ਆਪਣਾ ਪਸੀਨਾ ਪਾਣੀ ਦੀ ਤਰ੍ਹਾਂ ਵਹਾਇਆ ਸੀ। ਇੱਕ ਦਿਨ ਕਰਨੈਲ ਬਿਰਧ ਆਸ਼ਰਮ ਦੇ ਵਿਹੜੇ ਵਿੱਚ ਟਹਿਲ ਰਹੇ ਸੀ। ਇੰਨੇ ਨੂੰ ਬਿਰਧ ਆਸ਼ਰਮ ਦੇ ਬਾਹਰ ਇੱਕ ਗੱਡੀ ਆ ਕੇ ਰੁਕੀ। ਬਿਰਧ ਆਸ਼ਰਮ ਦੇ ਸਾਰੇ ਲੋਕ ਉਸ ਕਾਰ ਵੱਲ ਵੇਖਣ ਲੱਗੇ ਅਤੇ ਸੋਚਣ ਲੱਗੇ ਕਿ ਅੱਜ ਫਿਰ ਕੋਈ ਅਭਾਗਾ ਬਜ਼ੁਰਗ ਇਸ ਬਿਰਧ ਆਸ਼ਰਮ ਵਿੱਚ ਆਇਆ ਹੈ, ਜਿਸ ਨੇ ਪਤਾ ਨਹੀਂ ਕਿੰਨੀ ਕੋਸ਼ਿਸ਼ ਨਾਲ ਆਪਣੇ ਬੱਚਿਆਂ ਨੂੰ ਪਾਲ ਪੋਸ ਕੇ ਤੇ ਪੜ੍ਹਾ ਲਿਖਾ ਕੇ ਵੱਡਾ ਕੀਤਾ ਹੋਊਗਾ। ਅੱਜ ਫਿਰ ਕੋਈ ਭਰੀਆਂ ਅੱਖਾਂ ਨਾਲ ਇੱਥੇ ਆਵੇਗਾ। ਪਰ ਕਾਰ ਵਿੱਚੋਂ ਇੱਕ ਨੌਜਵਾਨ ਲੜਕਾ ਨਿਕਲਿਆ ਅਤੇ ਉਸ ਤੋਂ ਬਾਅਦ ਇੱਕ ਔਰਤ, ਜੋ ਸ਼ਾਇਦ ਉਸਦੀ ਮਾਂ ਸੀ। ਉਸ ਔਰਤ ਦੀ ਉਮਰ ਲਗਭਗ 65 ਸਾਲ ਦੇ ਕਰੀਬ ਹੋਵੇਗੀ। ਸਿਰ ਉੱਤੇ ਚੁੰਨੀ ਹੋਣ ਕਰਕੇ ਉਸਦਾ ਚਿਹਰਾ ਨਜ਼ਰ ਨਹੀਂ ਸੀ ਆ ਰਿਹਾ। ਥੋੜੀ ਦੇਰ ਬਾਅਦ 30-35 ਸਾਲ ਦੀ ਇੱਕ ਹੋਰ ਮਹਿਲਾ ਉਤਰੀ, ਜਿਸ ਦੇ ਹੱਥ ਵਿੱਚ ਇੱਕ ਬੈਗ ਸੀ। ਉਸ ਔਰਤ ਨੇ ਬੈਗ ਬਜ਼ੁਰਗ ਔਰਤ ਨੂੰ ਫੜਾਇਆ ਅਤੇ ਉਸ ਨੂੰ ਕੁਝ ਕਹਿਣ ਲੱਗੀ। ਉਹ ਬਜ਼ੁਰਗ ਔਰਤ ਚੁੱਪਚਾਪ ਉਸ ਦੀ ਗੱਲ ਸੁਣ ਰਹੀ ਸੀ। ਫਿਰ ਉਹ ਦੋਨੋਂ ਕਾਰ ਦੇ ਵਿੱਚ ਬੈਠ ਕੇ ਵਾਪਸ ਚਲੇ ਗਏ ਅਤੇ ਬਜ਼ੁਰਗ ਔਰਤ ਬਿਰਧ ਆਸ਼ਰਮ ਦੇ ਬਾਹਰ ਕੁਝ ਸਮੇਂ ਤੱਕ ਉੱਦਾਂ ਹੀ ਖੜੀ ਰਹੀ ਤੇ ਫਿਰ ਭਰੇ ਹੋਏ ਮਨ ਨਾਲ ਆਪਣੇ ਹੰਝੂ ਪੂੰਝਦੀ ਹੋਈ ਬਿਰਧ ਆਸ਼ਰਮ ਵਿੱਚ ਆ ਗਈ। ਕਰਨੈਲ ਵੱਲ ਵੇਖਦੇ ਹੀ ਉਸਨੇ ਆਪਣੇ ਸਿਰ ਦੀ ਚੁੰਨੀ ਨਾਲ ਆਪਣਾ ਚਿਹਰਾ ਢੱਕ ਲਿਆ ਅਤੇ ਫਿਰ ਬਿਨਾਂ ਕੁਝ ਬੋਲੇ ਔਰਤਾਂ ਦੇ ਵਿਭਾਗ ਵੱਲ ਚਲੀ ਗਈ। ਕਰਨੈਲ ਬਾਬੂ ਦੇ ਨਾਲ ਖੜੇ ਇੱਕ ਬਜ਼ੁਰਗ ਨੇ ਕਿਹਾ, ਅੱਜ ਫਿਰ ਇੱਕ ਮਾਂ ਦੀ ਮਮਤਾ ਤਾਰ-ਤਾਰ ਹੋ ਗਈ। ਇੱਕ ਮਾਂ ਦੇ ਸੁਪਨੇ ਚਕਨਾਚੂਰ ਹੋ ਗਏ। ਕਰਨੈਲ ਬਾਰ-ਬਾਰ ਉਸ ਮਹਿਲਾ ਦੇ ਚਿਹਰੇ ਨੂੰ ਵੇਖਣ ਦੀ ਕੋਸ਼ਿਸ਼ ਕਰ ਰਿਹਾ ਸੀ, ਕਿਉਂਕਿ ਉਸਨੂੰ ਲੱਗ ਰਿਹਾ ਸੀ ਕਿ ਉਹ ਉਸ ਔਰਤ ਨੂੰ ਜਾਣਦਾ ਹੈ। ਕਰਨੈਲ ਨੂੰ ਉਹ ਔਰਤ ਜਾਣੀ ਪਛਾਣੀ ਲੱਗ ਰਹੀ ਸੀ, ਪਰ ਉਸਦਾ ਚਿਹਰਾ ਢਕਿਆ ਹੋਣ ਕਰਕੇ ਉਸ ਨੂੰ ਚੰਗੀ ਤਰ੍ਹਾਂ ਪਛਾਣ ਨਹੀਂ ਸਕਿਆ ਸੀ। ਇਸੇ ਤਰ੍ਹਾਂ ਸਮਾਂ ਲੰਘਦਾ ਗਿਆ। ਕਰਨੈਲ ਉਸ ਔਰਤ ਨੂੰ ਵੇਖਦਾ ਤਾਂ ਉਹ ਔਰਤ ਚੁੰਨੀ ਦੇ ਪੱਲੇ ਨਾਲ ਆਪਣਾ ਚਿਹਰਾ ਲੁਕੋ ਲੈਂਦੀ। ਇੱਕ ਦਿਨ ਉਹ ਔਰਤ ਬਾਗਬਾਨੀ ਦੇ ਕੰਮ ਵਿੱਚ ਲੱਗੀ ਹੋਈ ਸੀ ਤਾਂ ਕਰਨੈਲ ਉਧਰ ਨੂੰ ਟਹਿਲਦਾ ਹੋਇਆ ਆ ਰਿਹਾ ਸੀ। ਉਸ ਔਰਤ ਦੇ ਸਿਰ ਦੀ ਚੁੰਨੀ ਉਤਰ ਗਈ ਅਤੇ ਕਰਨੈਲ ਨੇ ਉਸ ਔਰਤ ਦਾ ਚਿਹਰਾ ਵੇਖਿਆ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਨਾ ਜਾਣੇ ਕਿੰਨੇ ਹੀ ਸਵਾਲਾਂ ਨਾਲ ਉਸਦਾ ਦਿਮਾਗ ਘਿਰ ਗਿਆ। ਇੰਨੇ ਨੂੰ ਉਸਦਾ ਦੋਸਤ ਉਸ ਕੋਲ ਆਇਆ ਤੇ ਪੁੱਛਣ ਲੱਗਾ ਕਿ ਖਾਣੇ ਦਾ ਟਾਈਮ ਹੋ ਗਿਆ ਹੈ। ਸਾਰੇ ਸਾਥੀ ਹਾਲ ਵਿੱਚ ਆ ਗਏ ਨੇ। ਤੂੰ ਇਕੱਲਾ ਇੱਥੇ ਗੁੰਮ-ਸੁੰਮ ਕਿਉਂ ਖੜਾ ਹੈ? ਚੱਲ ਆਜਾ, ਖਾਣਾ ਖਾ ਲਈਏ। ਤਾਂ ਕਰਨੈਲ ਨੇ ਕਿਹਾ, ਨਹੀਂ-ਨਹੀਂ, ਮੈਂ ਤਾਂ ਬਸ ਆਉਣ ਹੀ ਵਾਲਾ ਸੀ।
ਮੈਂ ਤਾਂ ਵੈਸੇ ਹੀ ਖੜ ਗਿਆ। ਤੇ ਉਹ ਖਾਣਾ ਖਾਣ ਲਈ ਹਾਲ ਕਮਰੇ ਵੱਲ ਚੱਲ ਪਿਆ। ਖਾਣਾ ਖਾਂਦੇ ਹੋਏ ਕਰਨੈਲ ਦੀ ਨਿਗਾਹ ਨਿਹਾਲ ਕੌਰ ਨੂੰ ਹੀ ਲੱਭ ਰਹੀ ਸੀ। ਉਸਦੇ ਮਨ ਵਿੱਚ ਇਹ ਸਵਾਲ ਚੱਲ ਰਿਹਾ ਸੀ ਕਿ ਮੈਂ ਨਿਹਾਲ ਕੌਰ ਨੂੰ ਪੁੱਛਾਂ ਕਿ ਤੈਨੂੰ ਇੱਥੇ ਆਉਣ ਦੀ ਨੌਬਤ ਕਿਵੇਂ ਆ ਗਈ। ਉਸਦੇ ਪੁੱਤ ਨੂੰ ਤਾਂ ਉਸਦਾ ਬਹੁਤ ਕਰਦੇ ਸਨ, ਫਿਰ ਉਹ ਬਿਰਧ ਆਸ਼ਰਮ ਵਿੱਚ ਕਿਵੇਂ ਪਹੁੰਚ ਗਈ। ਖਾਣਾ ਖਾਂਦੇ ਹੋਏ ਕਰਨੈਲ ਨੇ ਆਪਣੇ ਨਾਲ ਦੇ ਸਾਥੀ ਨੂੰ ਪੁੱਛਿਆ ਕਿ 2 ਦਿਨ ਪਹਿਲਾਂ ਜਿਹੜੀ ਔਰਤ ਬਿਰਧ ਆਸ਼ਰਮ ਵਿੱਚ ਆਈ ਹੈ, ਉਹ ਅੱਜ ਖਾਣਾ ਕਿਉਂ ਨਹੀਂ ਖਾਣ ਆਈ। ਤਾਂ ਉਸਨੇ ਦੱਸਿਆ ਕਿ ਉਹ ਔਰਤ ਅੱਜ ਬਹੁਤ ਦੁਖੀ ਹੈ। ਦੁਖੀ ਹੋਵੇ ਵੀ ਕਿਉਂ ਨਾ, ਕਿਉਂਕਿ ਉਸਦੇ ਪੁੱਤ ਨੂੰ ਨੇ ਜੋ ਉਸ ਨਾਲ ਕੀਤਾ ਹੈ, ਇਹੋ ਜਿਹਾ ਤਾਂ ਰੱਬ ਕਿਸੇ ਦੁਸ਼ਮਣ ਨਾਲ ਵੀ ਨਾ ਕਰੇ। ਉਹ ਇਹੀ ਸੋਚ ਦੁਖੀ ਹੁੰਦੀ ਰਹਿੰਦੀ ਹੈ ਅਤੇ ਅੱਜ ਸਵੇਰ ਦੀ ਰੋ ਰਹੀ ਸੀ। ਉਸ ਦਾ ਧਿਆਨ ਵੰਡਾਉਣ ਲਈ ਉਸ ਨੂੰ ਪਾਰਕ ਦੇ ਕੰਮ ਵਿੱਚ ਲਾਇਆ ਗਿਆ ਹੈ ਅਤੇ ਉਹ ਉੱਥੇ ਕੰਮ ਕਰ ਰਹੀ ਹੈ। ਕੰਮ ਵਿੱਚ ਦਿਮਾਗ ਲਗਾ ਕੇ ਉਸ ਦਾ ਧਿਆਨ ਥੋੜਾ ਸ਼ਾਂਤ ਹੋ ਜਾਵੇਗਾ। ਖਾਣਾ ਖਾਣ ਤੋਂ ਬਾਅਦ ਕਰਨੈਲ ਪਾਰਕ ਵਿੱਚ ਗਿਆ ਅਤੇ ਨਿਹਾਲ ਕੌਰ ਦੇ ਸਾਹਮਣੇ ਜਾ ਕੇ ਖੜਾ ਹੋ ਗਿਆ। ਨਿਹਾਲ ਕੌਰ ਕਰਨੈਲ ਤੋਂ ਅੱਖ ਬਚਾ ਰਹੀ ਸੀ, ਪਰ ਕਰਨੈਲ ਨੇ ਉਸ ਨੂੰ ਕਿਹਾ ਕਿ ਮੈਂ ਜਾਣਦਾ ਹਾਂ ਕਿ ਤੂੰ ਮੈਨੂੰ ਪਛਾਣ ਲਿਆ ਹੈ, ਪਰ ਮੈਂ ਤੈਨੂੰ ਸਿਰਫ ਇਹੀ ਗੱਲ ਪੁੱਛਣਾ ਚਾਹੁੰਦਾ ਹਾਂ ਕਿ ਤੂੰ ਇੱਥੇ ਕਿਵੇਂ, ਇਹੋ ਜਿਹੀ ਕੀ ਨੌਬਤ ਆ ਗਈ ਕਿ ਤੁਹਾਨੂੰ ਬਿਰਧ ਆਸ਼ਰਮ ਆਉਣਾ ਪਿਆ। ਕਰਨੈਲ ਦੀ ਇਹ ਗੱਲ ਸੁਣ ਕੇ ਨਿਹਾਲ ਕੌਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ, ਪਰ ਉਸ ਤੋਂ ਬੋਲਿਆ ਨਾ ਗਿਆ। ਉਹ ਚੁੱਪਚਾਪ ਖੜੀ ਰੋਂਦੀ ਰਹੀ। ਇਹ ਵੇਖ ਕੇ ਕਰਨੈਲ ਦਾ ਮਨ ਹੋਰ ਵੀ ਦੁਖੀ ਹੋ ਗਿਆ। ਉਹ ਚੁੱਪਚਾਪ ਆਪਣੇ ਕਮਰੇ ਵਿੱਚ ਤੁਰ ਆਇਆ। ਤੁਰਦੇ ਤੁਰਦੇ ਉਸ ਦਾ ਪੈਰ ਬੈਂਚ ਨਾਲ ਵੱਜਿਆ ਅਤੇ ਉਸਦੇ ਬਹੁਤ ਦਰਦ ਹੋਣ ਲੱਗਿਆ ਅਤੇ ਉਹ ਉਸੇ ਬੈਂਚ ਤੇ ਹੀ ਬੈਠ ਗਿਆ। ਥੋੜੀ ਦੇਰ ਬਾਅਦ ਉਸ ਦਾ ਇੱਕ ਦੋਸਤ ਉਸ ਵੱਲ ਆਉਂਦਾ ਹੋਇਆ ਬੋਲਿਆ, ਕਰਨੈਲ ਤੂੰ ਇੱਥੇ ਕਿਉਂ ਬੈਠਾ ਹੈ? ਤਾਂ ਉਹ ਕਹਿੰਦਾ, ਕੁਝ ਨਹੀਂ, ਬਸ ਬੈਠਾ ਹੋਇਆ ਆਪਣੀ ਮਾੜੀ ਕਿਸਮਤ ਨੂੰ ਰੋ ਰਿਹਾ ਹਾਂ। ਕਰਨੈਲ ਨੇ ਆਪਣੇ ਦੋਸਤ ਨੂੰ ਪੁੱਛਿਆ ਕਿ ਤੂੰ ਬੜਾ ਖੁਸ਼ ਨਜ਼ਰ ਆ ਰਿਹਾ ਹੈ। ਤਾਂ ਉਸਦੇ ਦੋਸਤ ਨੇ ਕਿਹਾ ਕਿ ਅੱਜ ਮੇਰੇ ਬੇਟੇ ਦਾ ਜਨਮ ਦਿਨ ਹੈ ਅਤੇ ਉਹ ਮੈਨੂੰ ਮਿਲਣ ਲਈ ਆ ਰਿਹਾ ਹੈ। ਤਾਂ ਕਰਨੈਲ ਨੇ ਕਿਹਾ ਕਿ ਫਿਰ ਇਹਦੇ ਵਿੱਚ ਇੰਨਾ ਖੁਸ਼ ਹੋਣ ਵਾਲੀ ਕੀ ਗੱਲ ਹੈ? ਜਿਹੜੇ ਪੁੱਤ ਨੇ ਤੈਨੂੰ ਬਿਰਧ ਆਸ਼ਰਮ ਵਿੱਚ ਰਹਿਣ ਲਈ ਮਜਬੂਰ ਕਰ ਦਿੱਤਾ, ਜਿਹੜਾ ਸਾਰਾ ਸਾਲ ਤੇਰੀ ਖਬਰ ਨਹੀਂ ਲੈਂਦਾ ਤੇ ਆਪਣੇ ਜਨਮ ਦਿਨ ਵਾਲੇ ਦਿਨ ਉਹ ਤੇਰੇ ਕੋਲ ਆਉਣ ਦਾ ਨਾਟਕ ਕਰਦਾ ਹੈ, ਤੂੰ ਉਸ ਲਈ ਇੰਨਾ ਖੁਸ਼ ਹੋ ਰਿਹਾ ਹੈ। ਤਾਂ ਕਰਨੈਲ ਦੇ ਦੋਸਤ ਨੇ ਕਿਹਾ ਕਿ ਜ਼ਿੰਦਗੀ ਖੁਸ਼ੀਆਂ ਵਿੱਚੋਂ ਖੁਸ਼ੀਆਂ ਲੱਭਣ ਦਾ ਨਾਮ ਹੈ। ਜੇਕਰ ਇੱਕ ਦਿਨ ਮੇਰੇ ਬੇਟੇ ਦੇ ਆਉਣ ਨਾਲ ਮੈਨੂੰ ਖੁਸ਼ੀ ਮਿਲਦੀ ਹੈ ਤਾਂ ਮੈਂ ਉਸ ਖੁਸ਼ੀ ਨੂੰ ਮਾਣਨਾ ਚਾਹੁੰਦਾ ਹਾਂ। ਇਹ ਗੱਲਾਂ ਕਰਦੇ ਕਰਦੇ ਕਰਨੈਲ ਦਾ ਦੋਸਤ ਉੱਥੋਂ ਉੱਠ ਕੇ ਚਲਾ ਗਿਆ ਅਤੇ ਕਰਨੈਲ ਆਪਣੀਆਂ ਸੋਚਾਂ ਵਿੱਚ ਖੁੱਭ ਗਿਆ। ਉਹ ਯਾਦ ਕਰਦਾ ਹੈ ਉਹ ਬੀਤਿਆ ਵੇਲਾ ਜਦੋਂ ਘਰ ਵਿੱਚ ਰਹਿੰਦੇ ਹੋਏ ਜੇ ਉਸ ਤੋਂ ਕੋਈ ਛੋਟੀ ਜਿਹੀ ਚੀਜ਼ ਹੱਥੋਂ ਛੁੱਟ ਜਾਂਦੀ ਸੀ ਤਾਂ ਉਸਦੇ ਪੁੱਤ ਨੂੰ ਕਿਵੇਂ ਉਸਨੂੰ ਖਾਣ ਨੂੰ ਪੈਂਦੇ ਸਨ। ਇੱਕ ਵਾਰ ਉਸਦੇ ਪੋਤੇ ਤੋਂ ਉਸਦੀ ਐਨਕ ਟੁੱਟ ਗਈ ਤਾਂ ਕਰਨੈਲ ਨੇ ਆਪਣੇ ਪੁੱਤਰ ਨੂੰ ਆਪਣੀ ਐਨਕ ਬਣਵਾਉਣ ਲਈ ਕਿਹਾ। ਤਾਂ ਉਸਦੀ ਨੂੰਹ ਰਸੋਈ ਵਿੱਚੋਂ ਭੱਜੀ ਭੱਜੀ ਆਈ ਅਤੇ ਉਸਨੇ ਕਿਹਾ ਕਿ ਮੰਜੇ ਤੇ ਵਿਹਲੇ ਬੈਠੇ ਖਰਚੇ ਵਧਾਉਂਦੇ ਰਹਿਣੇ ਹੋ। ਕੀ ਤੁਹਾਨੂੰ ਨਹੀਂ ਪਤਾ ਕਿ ਮਹਿੰਗਾਈ ਕਿੰਨੀ ਵੱਧ ਗਈ ਹੈ? ਤੁਸੀਂ ਵਿਹਲੇ ਬੈਠੇ ਸਾਰਾ ਦਿਨ ਖਰਚੇ ਕਰਾਉਂਦੇ ਰਹਿੰਦੇ ਹੋ। ਕਰਨੈਲ ਦੇ ਪੁੱਤ ਨੇ ਇੱਕ ਵਾਰ ਵੀ ਆਪਣੀ ਘਰਵਾਲੀ ਨੂੰ ਚੁੱਪ ਹੋਣ ਲਈ ਨਹੀਂ ਸੀ ਕਿਹਾ। ਉਹ ਕਿੰਨਾ ਟਾਈਮ ਖੜ ਕੇ ਉੱਥੇ ਲੈਕਚਰ ਦਿੰਦੀ ਰਹੀ। ਕਰਨੈਲ ਆਪਣੀ ਨੂੰਹ ਦੀਆਂ ਗੱਲਾਂ ਸੁਣ ਕੇ ਚੁੱਪਚਾਪ ਅੱਖਾਂ ਵਿੱਚੋਂ ਹੰਝੂ ਵਹਾਉਂਦਾ ਰਿਹਾ ਅਤੇ ਉਸ ਦਾ ਪੁੱਤ ਬਿਨਾਂ ਉਸਦੀ ਐਨਕ ਲਏ ਉੱਥੋਂ ਚਲਾ ਗਿਆ ਸੀ। ਇਹ ਗੱਲਾਂ ਯਾਦ ਕਰਦੇ ਕਰਦੇ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਿੱਜ ਗਈਆਂ। ਕਰਨੈਲ ਨੂੰ ਲਿਖਣ ਦਾ ਸ਼ੌਂਕ ਸੀ। ਜਦੋਂ ਕਦੇ ਉਸ ਦਾ ਮਨ ਜ਼ਿਆਦਾ ਦੁਖੀ ਹੁੰਦਾ ਤਾਂ ਉਹ ਕਲਮ ਅਤੇ ਕਾਪੀ ਚੁੱਕ ਕੇ ਆਪਣੀਆਂ ਭਾਵਨਾਵਾਂ ਨੂੰ ਕਵਿਤਾ ਦਾ ਰੂਪ ਦੇ ਦਿੰਦਾ ਸੀ। ਉਹ ਬਹੁਤ ਸੋਹਣਾ ਲਿਖ ਲੈਂਦਾ ਸੀ। ਪੜ੍ਹਿਆ ਲਿਖਿਆ ਅਤੇ ਬਹੁਤ ਸਮਝਦਾਰ ਸੀ ਕਰਨੈਲ। ਕਰਨੈਲ ਭਰੇ ਮਨ ਨਾਲ ਉੱਠਿਆ ਅਤੇ ਕਵਿਤਾ ਲਿਖਣ ਲੱਗਾ। ਇੰਨੇ ਨੂੰ ਬਿਰਧ ਆਸ਼ਰਮ ਦਾ ਸੰਚਾਲਕ ਉਸ ਕੋਲ ਆਇਆ ਤੇ ਉਸ ਨੂੰ ਕਹਿਣ ਲੱਗਿਆ,
ਕਿ ਬਾਹਰ ਤੁਹਾਡਾ ਪਰਿਵਾਰ ਤੁਹਾਨੂੰ ਮਿਲਣ ਲਈ ਆਇਆ ਹੈ। ਇਹ ਸੁਣ ਕੇ ਕਰਨੈਲ ਹੈਰਾਨ ਰਹਿ ਗਿਆ ਕਿ ਅੱਜ ਉਸ ਦਾ ਪੁੱਤ ਉਸ ਨੂੰ ਮਿਲਣ ਕਿਵੇਂ ਆ ਗਏ। ਉਸਦੇ ਮੱਥੇ ਦਾ ਵੱਟ ਹੋਰ ਵੀ ਡੂੰਘਾ ਹੋ ਗਿਆ, ਕਿਉਂਕਿ ਉਹ ਆਪਣੇ ਮਤਲਬੀ ਪੁੱਤ ਨੂੰਹ ਦੇ ਮੱਥੇ ਨਹੀਂ ਸੀ ਲੱਗਣਾ ਚਾਹੁੰਦਾ, ਪਰ ਸੰਚਾਲਕ ਦੇ ਜ਼ਿਆਦਾ ਕਹਿਣ ਤੇ ਉਸ ਨੂੰ ਜਾਣਾ ਪਿਆ। ਜਦੋਂ ਉਹ ਬਾਹਰ ਆਇਆ ਤਾਂ ਕਰਨੈਲ ਦਾ ਪੋਤਾ ਦਾਦਾ ਜੀ ਦਾਦਾ ਜੀ ਕਰਦਾ ਹੋਇਆ ਭੱਜ ਕੇ ਕਰਨੈਲ ਦੀਆਂ ਲੱਤਾਂ ਨੂੰ ਚਿੰਬੜ ਗਿਆ। ਆਪਣੇ ਪੋਤੇ ਦਾ ਪਿਆਰ ਵੇਖ ਕੇ ਕਰਨੈਲ ਦਾ ਦਿਲ ਪਸੀਜ ਗਿਆ ਅਤੇ ਉਸਨੇ ਆਪਣੇ ਪੋਤੇ ਨੂੰ ਘੁੱਟ ਕੇ ਆਪਣੇ ਗਲ ਨਾਲ ਲਾ ਲਿਆ। ਉਸ ਦਾ ਪੋਤਾ ਕਹਿਣ ਲੱਗਾ, ਦਾਦਾ ਜੀ ਤੁਹਾਨੂੰ ਪਤਾ ਹੈ ਨਾ, ਅੱਜ ਮੇਰਾ ਜਨਮ ਦਿਨ ਹੈ। ਤਾਂ ਕਰਨੈਲ ਨੇ ਆਪਣੇ ਪੋਤੇ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਤੇ ਕਰਨੈਲ ਦਾ ਪੁੱਤ ਕਹਿਣ ਲੱਗਿਆ, ਪਾਪਾ ਜੀ ਅੱਜ ਅਸੀਂ ਤੁਹਾਨੂੰ ਲੈਣ ਆਏ ਹਾਂ, ਕਿਉਂਕਿ ਅੱਜ ਤੁਹਾਡੇ ਪੋਤੇ ਦਾ ਜਨਮ ਦਿਨ ਹੈ। ਕਰਨੈਲ ਨੇ ਕਿਹਾ ਕਿ ਤੁਸੀਂ ਆਪਣੇ ਪੁੱਤ ਦਾ ਜਨਮ ਦਿਨ ਮਨਾਓ, ਮੈਂ ਨਹੀਂ ਜਾਣਾ। ਤਾਂ ਕਰਨੈਲ ਦਾ ਪੁੱਤ ਕਹਿਣ ਲੱਗਾ ਕਿ ਪਾਪਾ ਜੀ ਆਪਣੇ ਆਂਢ ਗੁਆਂਢ ਵਾਲੇ ਤੁਹਾਡੇ ਸਾਰੇ ਦੋਸਤ ਅਤੇ ਰਿਸ਼ਤੇਦਾਰ ਵੀ ਬੁਲਾਏ ਨੇ। ਜਦੋਂ ਉਹ ਸਾਰੇ ਤੁਹਾਡੇ ਬਾਰੇ ਪੁੱਛਣਗੇ ਤਾਂ ਅਸੀਂ ਕੀ ਕਹਾਂਗੇ। ਤਾਂ ਕਰਨੈਲ ਹੱਸ ਕੇ ਕਹਿਣ ਲੱਗਾ ਕਿ ਤੁਸੀਂ ਮੈਨੂੰ ਮੇਰੇ ਪੋਤੇ ਦੇ ਜਨਮ ਦਿਨ ਤੇ ਬੁਲਾਉਣ ਲਈ ਨਹੀਂ, ਆਪਣੀ ਇੱਜ਼ਤ ਰੱਖਣ ਲਈ ਆਏ ਹੋ। ਤੁਹਾਨੂੰ ਇਸ ਗੱਲ ਦਾ ਡਰ ਹੈ ਕਿ ਅਸੀਂ ਲੋਕਾਂ ਨੂੰ ਕੀ ਜਵਾਬ ਦੇਵਾਂਗੇ। ਇਹ ਗੱਲ ਕਹਿ ਕੇ ਕਰਨੈਲ ਉੱਥੋਂ ਉੱਠ ਕੇ ਚਲਾ ਜਾਂਦਾ ਹੈ, ਪਰ ਉਸ ਦਾ ਪੋਤਾ ਉਸਦੇ ਪਿੱਛੇ ਪਿੱਛੇ ਚਲਾ ਜਾਂਦਾ ਹੈ ਅਤੇ ਉਹ ਕਹਿੰਦਾ ਹੈ, ਦਾਦਾ ਜੀ ਤੁਸੀਂ ਮੇਰੀ ਖੁਸ਼ੀ ਲਈ ਵੀ ਨਹੀਂ ਜਾਓਗੇ। ਆਪਣੇ ਪੋਤੇ ਦੀ ਗੱਲ ਸੁਣ ਕੇ ਕਰਨੈਲ ਦਾ ਦਿਲ ਪਿਘਲ ਜਾਂਦਾ ਹੈ ਅਤੇ ਉਹ ਆਪਣੇ ਪੁੱਤ ਨੂੰ ਕਹਿੰਦਾ ਹੈ, ਠੀਕ ਆ, ਮੈਂ ਆਪਣੇ ਪੋਤੇ ਦੇ ਲਈ ਜਨਮ ਦਿਨ ਤੇ ਚਲਾ ਜਾਵਾਂਗਾ, ਪਰ ਸ਼ਰਤ ਇਹ ਹੈ ਕਿ ਜਨਮ ਦਿਨ ਦੀ ਪਾਰਟੀ ਤੋਂ ਬਾਅਦ ਤੁਸੀਂ ਮੈਨੂੰ ਬਿਰਧ ਆਸ਼ਰਮ ਛੱਡ ਕੇ ਜਾਓਗੇ। ਤਾਂ ਉਸ ਦਾ ਪੁੱਤ ਇਹ ਗੱਲ ਮੰਨਣ ਲਈ ਤਿਆਰ ਹੋ ਜਾਂਦਾ ਹੈ। ਘਰ ਆ ਕੇ ਕਰਨੈਲ ਵੇਖਦਾ ਹੈ ਕਿ ਸ਼ਾਮ ਦੀ ਪਾਰਟੀ ਰੱਖੀ ਹੈ। ਉਸ ਦੀ ਨੂੰਹ ਅਤੇ ਪੁੱਤ ਪਾਰਟੀ ਦੀਆਂ ਤਿਆਰੀਆਂ ਵਿੱਚ ਜੁਟ ਜਾਂਦੇ ਨੇ। ਹੌਲੀ ਹੌਲੀ ਮਹਿਮਾਨ ਆਉਣੇ ਸ਼ੁਰੂ ਹੋ ਜਾਂਦੇ ਨੇ। ਮਹਿਮਾਨ ਨਿਵਾਜੀ ਕੀਤੀ ਜਾ ਰਹੀ ਹੈ, ਪਰ ਕਰਨੈਲ ਨੂੰ ਕਿਸੇ ਨੇ ਵੀ ਨਾ ਪੁੱਛਿਆ। ਜਦੋਂ ਸਾਰੇ ਮਹਿਮਾਨ ਚਲੇ ਗਏ ਤਾਂ ਕਰਨੈਲ ਦੀ ਨੂੰਹ ਉਸ ਨੂੰ ਕਹਿਣ ਲੱਗੀ, ਪਾਪਾ ਜੀ ਤੁਸੀਂ ਸੌਂ ਜਾਓ, ਸਵੇਰੇ ਜਲਦੀ ਤੁਹਾਨੂੰ ਬਿਰਧ ਆਸ਼ਰਮ ਛੱਡਣ ਜਾਣਾ ਹੈ। ਆਪਣੀ ਨੂੰਹ ਦੀ ਇਹ ਗੱਲ ਸੁਣ ਕੇ ਕਰਨੈਲ ਦਾ ਦਿਲ ਅੰਦਰੋਂ ਅੰਦਰੀ ਰੋ ਰਿਹਾ ਸੀ ਤੇ ਉਹ ਸੋਚ ਰਿਹਾ ਸੀ ਕਿ ਕਿੰਨੇ ਸਵਾਰਥੀ ਨੇ ਮੇਰੇ ਪੁੱਤਰ ਅਤੇ ਨੂੰਹ ਆਪਣੀ ਇੱਜ਼ਤ ਬਚਾਉਣ ਲਈ ਮੈਨੂੰ ਲੈ ਕੇ ਆਏ, ਤੇ ਹੁਣ ਮੇਰੀ ਨੂੰਹ ਨੂੰ ਲੱਗਦਾ ਹੈ ਕਿ ਸ਼ਾਇਦ ਕਿਤੇ ਮੈਂ ਇੱਥੇ ਹੀ ਨਾ ਰਹਿ ਲਵਾਂ। ਉਹ ਆਪਣੀ ਪਤਨੀ ਨੂੰ ਯਾਦ ਕਰਦਾ ਹੋਇਆ ਰੋ ਰਿਹਾ ਸੀ ਕਿ ਮੇਰੀ ਪਤਨੀ ਦੇ ਹੁੰਦੇ ਹੋਏ ਮੈਨੂੰ ਪਾਣੀ ਦਾ ਗਿਲਾਸ ਵੀ ਚੁੱਕ ਕੇ ਪੀਣ ਦੀ ਨੌਬਤ ਨਹੀਂ ਸੀ ਆਈ, ਤੇ ਇੱਕ ਇਹ ਮਤਲਬੀ ਪੁੱਤ ਨੂੰਹ ਨੇ ਜਿਨ੍ਹਾਂ ਨੇ ਮੈਨੂੰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਕਰ ਦਿੱਤਾ ਹੈ, ਜਿਹੜੇ ਸਿਰਫ ਆਪਣੀ ਇੱਜ਼ਤ ਬਚਾਉਣ ਲਈ ਮੈਨੂੰ ਘਰ ਲੈ ਕੇ ਆਏ ਨੇ। ਇਹ ਸੋਚਦੇ ਸੋਚਦੇ ਕਰਨੈਲ ਦੀ ਅੱਖ ਲੱਗ ਗਈ ਤੇ ਸਵੇਰੇ ਉਸ ਦੀ ਨੂੰਹ ਉਸਦੇ ਸਿਰਹਾਣੇ ਪਾਣੀ ਦਾ ਗਲਾਸ ਲੈ ਕੇ ਖੜੀ ਸੀ ਤੇ ਕਹਿ ਰਹੀ ਸੀ, ਪਾਪਾ ਜੀ ਤੁਸੀਂ ਉੱਠ ਖੜੋ, ਆਪਾਂ ਬਿਰਧ ਆਸ਼ਰਮ ਜਾਣਾ ਹੈ, ਨਹੀਂ ਤਾਂ ਲੇਟ ਹੋ ਜਾਵਾਂਗੇ। ਆਪਣੀ ਨੂੰਹ ਤੋਂ ਪਾਣੀ ਦਾ ਗਲਾਸ ਫੜ ਕੇ ਕਰਨੈਲ ਨੇ ਪਾਣੀ ਪੀਤਾ ਅਤੇ ਬਾਥਰੂਮ ਦੇ ਵਿੱਚ ਨਹਾਉਣ ਲਈ ਚਲਾ ਗਿਆ। ਤਿਆਰ ਹੋ ਕੇ ਜਦੋਂ ਉਹ ਬਾਹਰ ਆਇਆ ਤਾਂ ਉਸ ਦੀ ਨੂੰਹ ਉਸ ਦਾ ਕੱਪੜਿਆਂ ਵਾਲਾ ਥੈਲਾ ਫੜ ਕੇ ਖੜੀ ਸੀ ਤੇ ਕਹਿ ਰਹੀ ਸੀ ਕਿ ਚਲੋ ਪਾਪਾ ਜੀ ਗੱਡੀ ਵਿੱਚ ਬੈਠ ਜਾਓ। ਉਸ ਦੀ ਨੂੰਹ ਦੇ ਚਿਹਰੇ ਤੇ ਇੱਕ ਸੰਤੁਸ਼ਟੀ ਭਰੀ ਮੁਸਕਾਨ ਸੀ। ਉਸ ਦਾ ਦਿਲ ਖੁਸ਼ ਸੀ, ਕਿਉਂਕਿ ਪਹਿਲਾਂ ਸ਼ਾਇਦ ਉਸ ਨੂੰ ਡਰ ਸੀ ਕਿ ਉਸ ਦਾ ਸਹੁਰਾ ਘਰ ਵਿੱਚ ਰਹਿਣ ਲਈ ਮਿੰਨਤਾਂ ਨਾ ਕਰੇ ਜਾਂ ਇਹ ਨਾ ਕਹੇ ਕਿ ਮੈਂ ਬਿਰਧ ਆਸ਼ਰਮ ਨਹੀਂ ਜਾਣਾ। ਪਰ ਜਦੋਂ ਉਸ ਦਾ ਸਹੁਰਾ ਕਰਨੈਲ ਖੁਸ਼ੀ-ਖੁਸ਼ੀ ਬਿਰਧ ਆਸ਼ਰਮ ਜਾਣ ਲਈ ਤਿਆਰ ਹੋ ਜਾਂਦਾ ਹੈ ਤਾਂ ਉਸ ਦੀ ਨੂੰਹ ਬਹੁਤ ਖੁਸ਼ ਹੁੰਦੀ ਹੈ। ਗੱਡੀ ਵਿੱਚ ਬੈਠਦੇ ਬੈਠਦੇ ਕਰਨੈਲ ਇਹ ਸੋਚਦਾ ਹੈ ਕਿ ਕੋਈ ਗੱਲ ਨਹੀਂ ਨੂੰਹ ਰਾਣੀ, ਤੇਰੇ ਲਈ ਜੋ ਸਰਪ੍ਰਾਈਜ਼ ਮੈਂ ਰੱਖਿਆ ਹੈ, ਉਸ ਸਰਪ੍ਰਾਈਜ਼ ਤੋਂ ਬਾਅਦ ਤੂੰ ਕਦੇ ਵੀ ਬਿਰਧ ਆਸ਼ਰਮ ਦਾ ਨਾਂ ਨਹੀਂ ਲਵੇਂਗੀ। ਕਰਨੈਲ ਆਪਣੇ ਪੁੱਤ ਨੂੰਹ ਨਾਲ ਗੱਡੀ ਵਿੱਚ ਬੈਠ ਕੇ ਬਿਰਧ ਆਸ਼ਰਮ ਵੱਲ ਨੂੰ ਚੱਲ ਪੈਂਦਾ ਹੈ। ਜਦੋਂ ਬਿਰਧ ਆਸ਼ਰਮ ਪਹੁੰਚ ਜਾਂਦੇ ਨੇ ਤਾਂ ਕਰਨੈਲ ਦਾ ਪੁੱਤਰ ਆਪਣੇ ਪਾਪਾ ਨੂੰ ਬਿਰਧ ਆਸ਼ਰਮ ਛੱਡ ਕੇ ਮੁੜਨ ਹੀ ਲੱਗਿਆ ਸੀ ਤੇ ਕਰਨੈਲ ਨੇ ਆਵਾਜ਼ ਮਾਰੀ
ਕਿ ਰੁਕੋ, ਮੈਂ ਤੁਹਾਨੂੰ ਕਿਸੇ ਨਾਲ ਮਿਲਾਉਣਾ ਚਾਹੁੰਦਾ ਹਾਂ। ਇਹ ਕਹਿ ਕੇ ਕਰਨੈਲ ਅੱਗੇ ਚੱਲ ਪਿਆ ਅਤੇ ਉਸਦੇ ਪੁੱਤਰ ਨੂੰ ਉਸਦੇ ਪਿੱਛੇ ਪਿੱਛੇ ਚੱਲ ਪਏ। ਬਗੀਚੇ ਵਿੱਚ ਜਾ ਕੇ ਕਰਨੈਲ ਨੇ ਵੇਖਿਆ ਕਿ ਨਿਹਾਲ ਕੌਰ ਉੱਥੇ ਹੀ ਗਾਰਡਨ ਦੇ ਵਿੱਚ ਕੰਮ ਕਰ ਰਹੀ ਸੀ। ਉਹ ਨਿਹਾਲ ਕੌਰ ਵੱਲ ਚੱਲ ਪੈਂਦਾ ਹੈ ਤੇ ਜਾ ਕੇ ਨਿਹਾਲ ਕੌਰ ਨੂੰ ਕਹਿੰਦਾ ਹੈ, ਭੈਣ ਜੀ ਇੱਧਰ ਦੇਖੋ, ਤੁਹਾਨੂੰ ਕੋਈ ਮਿਲਣ ਆਇਆ ਹੈ। ਜਦੋਂ ਨਿਹਾਲ ਕੌਰ ਉੱਪਰ ਵੇਖਦੀ ਹੈ ਤਾਂ ਉਹ ਦੰਗ ਰਹਿ ਜਾਂਦੀ ਹੈ, ਕਿਉਂਕਿ ਨਿਹਾਲ ਕੌਰ ਦੇ ਸਾਹਮਣੇ ਉਸਦੀ ਧੀ ਅਤੇ ਜਵਾਈ ਖੜੇ ਸੀ, ਜੋ ਕਿ ਕਰਨੈਲ ਦਾ ਪੁੱਤ ਅਤੇ ਨੂੰਹ ਸੀ। ਕਰਨੈਲ ਦੀ ਨੂੰਹ ਆਪਣੀ ਮਾਂ ਨੂੰ ਬਿਰਧ ਆਸ਼ਰਮ ਵਿੱਚ ਦੇਖ ਕੇ ਚੌਂਕ ਜਾਂਦੀ ਹੈ ਅਤੇ ਕਹਿੰਦੀ ਹੈ ਕਿ ਮਾਂ, ਤੂੰ ਇੱਥੇ ਕੀ ਕਰ ਰਹੀ ਹੈ? ਕਿੰਨੇ ਦਿਨ ਹੋ ਗਏ ਮੈਂ ਭਾਬੀ ਨੂੰ ਤੇਰੇ ਬਾਰੇ ਪੁੱਛ ਰਹੀ ਸੀ। ਭਾਬੀ ਨੇ ਤਾਂ ਮੈਨੂੰ ਕਿਹਾ ਸੀ ਕਿ ਤੁਸੀਂ ਤੀਰਥ ਯਾਤਰਾ ਤੇ ਗਏ ਹੋ। ਕਿੰਨੇ ਦਿਨ ਹੋ ਗਏ ਆਪਣੀ ਗੱਲ ਨਹੀਂ ਸੀ ਹੋਈ, ਤੇ ਜਦੋਂ ਵੀ ਮੈਂ ਭਾਬੀ ਨਾਲ ਗੱਲ ਕਰਦੀ ਸੀ ਤਾਂ ਉਹ ਮੈਨੂੰ ਕਹਿੰਦੀ ਸੀ ਕਿ ਮਾਂ ਜੀ ਤਾਂ ਤੀਰਥ ਯਾਤਰਾ ਤੇ ਗਏ ਹੋਏ ਨੇ 1 ਮਹੀਨੇ ਲਈ। ਉਸਨੇ ਮੈਨੂੰ ਨਹੀਂ ਦੱਸਿਆ ਕਿ ਤੁਸੀਂ ਇੱਥੇ ਹੋ। ਮਾਂ, ਤੁਹਾਡੀ ਜਗ੍ਹਾ ਇੱਥੇ ਨਹੀਂ ਆ ਬਿਰਧ ਆਸ਼ਰਮ ਵਿੱਚ। ਤੁਹਾਡੇ ਪੁੱਤ ਨੂੰ ਨੇ ਤੁਹਾਡੇ ਨਾਲ ਚੰਗਾ ਨਹੀਂ ਕੀਤਾ। ਮੈਂ ਅੱਜ ਹੀ ਭਾਬੀ ਨਾਲ ਗੱਲ ਕਰਦੀ ਹਾਂ। ਉਹਨਾਂ ਦੀ ਹਿੰਮਤ ਕਿਵੇਂ ਹੋਈ ਤੁਹਾਨੂੰ ਬਿਰਧ ਆਸ਼ਰਮ ਵਿੱਚ ਛੱਡਣ ਦੀ? ਨਿਹਾਲ ਕੌਰ ਆਪਣੀ ਧੀ ਦੀਆਂ ਗੱਲਾਂ ਸੁਣਦੀ ਹੈ ਤੇ ਕੋਲ ਆ ਕੇ ਆਪਣੀ ਧੀ ਦੇ ਇੱਕ ਚਪੇੜ ਮਾਰਦੀ ਹੈ ਅਤੇ ਉਸਨੂੰ ਕਹਿੰਦੀ ਹੈ ਕਿ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ। ਜੋ ਗੱਲਾਂ ਤੂੰ ਮੇਰੇ ਬਾਰੇ ਕਰ ਰਹੀ ਹੈ, ਆਪਣੇ ਭਰਾ ਭਾਬੀ ਬਾਰੇ ਕਰ ਰਹੀ ਹੈ, ਤੂੰ ਵੀ ਉਹਨਾਂ ਤੋਂ ਘੱਟ ਨਹੀਂ ਆ। ਜੇ ਤੂੰ ਆਪਣੇ ਸਹੁਰੇ ਨੂੰ ਬਿਰਧ ਆਸ਼ਰਮ ਵਿੱਚ ਛੱਡ ਸਕਦੀ ਹੈ ਤਾਂ ਤੇਰੇ ਭਰਾ ਭਰਜਾਈ ਲਈ ਮੈਨੂੰ ਬਿਰਧ ਆਸ਼ਰਮ ਵਿੱਚ ਛੱਡਣਾ ਕੋਈ ਵੱਡੀ ਗੱਲ ਨਹੀਂ ਆ। ਅਜੇ ਵੀ ਤੇਰੀਆਂ ਅੱਖਾਂ ਨਹੀਂ ਖੁੱਲੀਆਂ? ਤੂੰ ਹੁਣ ਕਿਸ ਪੱਖ ਤੋਂ ਆਪਣੇ ਆਪ ਨੂੰ ਚੰਗਾ ਕਹਿ ਰਹੀ ਹੈ? ਜੇ ਤੂੰ ਕਹਿੰਦੀ ਹੈ ਕਿ ਤੇਰੇ ਭਰਾ ਤੇ ਭਰਜਾਈ ਚੰਗੇ ਨਹੀਂ ਤਾਂ ਫਿਰ ਤੂੰ ਵੀ ਕਿਸ ਪੱਖ ਤੋਂ ਚੰਗੀ ਹੈ? ਆਪਣੀ ਮਾਂ ਦੀਆਂ ਇਹ ਗੱਲਾਂ ਸੁਣ ਕੇ ਕਰਨੈਲ ਦੀ ਨੂੰਹ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ ਤੇ ਉਹ ਆਪਣੀ ਮਾਂ ਨੂੰ ਗਲ ਲਗਾ ਕੇ ਉੱਚੀ ਉੱਚੀ ਰੋਣ ਲੱਗ ਜਾਂਦੀ ਹੈ। ਇਹ ਵੇਖ ਕੇ ਕਰਨੈਲ ਦਾ ਪੁੱਤ ਨੀਵੀਂ ਪਾ ਕੇ ਖੜਾ ਹੁੰਦਾ ਹੈ। ਉਹ ਆਪਣੇ ਕੀਤੇ ਤੇ ਬਹੁਤ ਸ਼ਰਮਿੰਦਾ ਹੁੰਦਾ ਹੈ। ਨਿਹਾਲ ਕੌਰ ਦੀਆਂ ਤਿੱਖੀਆਂ ਤਿੱਖੀਆਂ ਗੱਲਾਂ ਕਰਨੈਲ ਦੇ ਪੁੱਤ ਅਤੇ ਨੂੰਹ ਨੂੰ ਸ਼ਰਮਿੰਦਾ ਕਰ ਰਹੀਆਂ ਸਨ। ਬਿਨਾਂ ਕੁਝ ਬੋਲੇ ਕਰਨੈਲ ਦੀ ਨੂੰਹ ਆਪਣੇ ਸਹੁਰੇ ਕੋਲ ਆਉਂਦੀ ਹੈ ਅਤੇ ਉਸਦੇ ਪੈਰੀਂ ਡਿੱਗ ਕੇ ਮਾਫੀ ਮੰਗਦੀ ਹੈ। ਕਰਨੈਲ ਥੋੜਾ ਪਿੱਛੇ ਹੋ ਜਾਂਦਾ ਹੈ ਅਤੇ ਉਹ ਆਪਣੀ ਕੁੜਮਣੀ ਨੂੰ ਕਹਿੰਦਾ ਹੈ ਕਿ ਤੁਸੀਂ ਆਪਣੀ ਧੀ ਨੂੰ ਕਹੋ ਕਿ ਮੇਰੇ ਪੈਰੀਂ ਨਾ ਡਿੱਗੇ। ਪਰ ਨਿਹਾਲ ਕੌਰ ਕਹਿੰਦੀ ਹੈ ਕਿ ਜੇ ਮੇਰੀ ਧੀ ਤੁਹਾਡੇ ਪੈਰੀਂ ਡਿੱਗਦੀ ਹੈ ਤਾਂ ਇਹ ਬਹੁਤ ਘੱਟ ਹੈ। ਨਿਹਾਲ ਕੌਰ ਆਪਣੀ ਧੀ ਨੂੰ ਮੋਢੇ ਤੋਂ ਫੜ ਕੇ ਖੜਾ ਕਰਦੀ ਹੈ ਅਤੇ ਕਹਿੰਦੀ ਹੈ ਕਿ ਹੁਣ ਰੋਣ ਧੋਣ ਦਾ ਕੋਈ ਫਾਇਦਾ ਨਹੀਂ। ਜਿਹੋ ਜਿਹਾ ਕਰਮ ਤੁਸੀਂ ਕਰੋਗੇ ਉਹੋ ਜਿਹਾ ਤੁਹਾਨੂੰ ਫਲ ਮਿਲੇਗਾ। ਤੂੰ ਆਪਣੇ ਸਹੁਰੇ ਦੀ ਕਦਰ ਨਹੀਂ ਕੀਤੀ, ਉਸਨੂੰ ਬਿਰਧ ਆਸ਼ਰਮ ਛੱਡਿਆ, ਤੇ ਜਦੋਂ ਤੇਰੇ ਭਰਾ ਭਰਜਾਈ ਨੇ ਮੈਨੂੰ ਬਿਰਧ ਆਸ਼ਰਮ ਭੇਜਿਆ ਤਾਂ ਤੈਨੂੰ ਦੁੱਖ ਹੋ ਰਿਹਾ ਹੈ। ਜੇ ਮੈਂ ਬਿਰਧ ਆਸ਼ਰਮ ਨਾ ਹੁੰਦੀ ਤਾਂ ਸ਼ਾਇਦ ਤੈਨੂੰ ਕਦੇ ਵੀ ਇਸ ਗੱਲ ਦਾ ਪਛਤਾਵਾ ਨਾ ਹੁੰਦਾ ਕਿ ਤੂੰ ਆਪਣੇ ਬਜ਼ੁਰਗ ਸਹੁਰੇ ਨੂੰ ਬਿਰਧ ਆਸ਼ਰਮ ਛੱਡ ਗਈ ਹੈ। ਆਪਣੀ ਮਾਂ ਦੀਆਂ ਇਹ ਗੱਲਾਂ ਸੁਣ ਕੇ ਉਸਦੀ ਧੀ ਕਹਿੰਦੀ ਹੈ ਕਿ ਮਾਂ, ਬਸ ਕਰੋ, ਹੁਣ ਮੈਨੂੰ ਆਪਣੀ ਗਲਤੀ ਦਾ ਪਛਤਾਵਾ ਹੈ। ਮੈਂ ਆਪਣੀ ਗਲਤੀ ਨੂੰ ਸੁਧਾਰਨਾ ਚਾਹੁੰਦੀ ਹਾਂ। ਉਹ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਆਪਾਂ ਪਾਪਾ ਜੀ ਨੂੰ ਇੱਥੇ ਨਹੀਂ ਛੱਡ ਕੇ ਜਾਵਾਂਗੇ, ਆਪਾਂ ਇਹਨਾਂ ਨੂੰ ਘਰ ਲੈ ਕੇ ਜਾਵਾਂਗੇ। ਫਿਰ ਉਹ ਆਪਣੇ ਸਹੁਰੇ ਤੋਂ ਦੁਬਾਰਾ ਮਾਫੀ ਮੰਗਦੀ ਹੈ ਅਤੇ ਕਹਿੰਦੀ ਹੈ ਕਿ ਮੈਂ ਆਪਣੇ ਕੀਤੇ ਤੇ ਬਹੁਤ ਸ਼ਰਮਿੰਦਾ ਹਾਂ। ਪਾਪਾ ਜੀ, ਹੁਣ ਤੁਸੀਂ ਇੱਥੇ ਨਹੀਂ ਰਹੋਗੇ, ਚਲੋ ਤੁਸੀਂ ਸਾਡੇ ਨਾਲ ਘਰ ਚਲੋ। ਪਰ ਕਰਨੈਲ ਕਹਿੰਦਾ ਹੈ ਕਿ ਮੈਂ ਉਸ ਘਰ ਵਿੱਚ ਨਹੀਂ ਜਾਣਾ ਜਿੱਥੇ ਗੱਲ-ਗੱਲ ਤੇ ਮੇਰੀ ਬੇਇੱਜ਼ਤੀ ਹੁੰਦੀ ਹੋਵੇ। ਉੱਥੋਂ ਨਾਲੋਂ ਬਿਰਧ ਆਸ਼ਰਮ ਵਿੱਚ ਮੈਨੂੰ ਜ਼ਿਆਦਾ ਸਕੂਨ ਮਿਲਦਾ ਹੈ। ਮੈਂ ਆਪਣੀ ਖੁਸ਼ੀ ਨਾਲ ਹੱਸਦਾ ਹਾਂ। ਜਦੋਂ ਮੇਰਾ ਜੀਅ ਕਰਦਾ ਹੈ ਮੈਂ ਖਾ ਪੀ ਲੈਂਦਾ ਹਾਂ। ਤੇਰੇ ਘਰ ਵਿੱਚ ਤਾਂ ਮੈਨੂੰ ਖਾਣ ਪੀਣ ਤੋਂ ਲੈ ਕੇ ਬਾਥਰੂਮ ਤੱਕ ਜਾਣ ਦੀ ਵੀ ਪਾਬੰਦੀ ਸੀ। ਮੈਂ ਉਸ ਘਰ ਵਿੱਚ ਨਹੀਂ ਰਹਿ ਸਕਦਾ ਜਿੱਥੇ ਮੈਨੂੰ ਜਿਉਂਦੇ ਜੀ ਜੇਲ੍ਹ ਹੋਵੇ। ਤਾਂ ਉਸਦੀ ਨੂੰਹ ਕਹਿੰਦੀ ਹੈ ਕਿ ਪਾਪਾ ਜੀ, ਹੁਣ ਤੱਕ ਜੋ ਵੀ ਤੁਹਾਡੇ ਨਾਲ ਹੋਇਆ ਉਹਦੇ ਲਈ ਮੈਂ ਹੱਥ ਜੋੜ ਕੇ ਦੁਬਾਰਾ ਫਿਰ ਮਾਫੀ ਮੰਗਦੀ ਹਾਂ। ਪਰ ਅੱਜ ਤੋਂ ਬਾਅਦ ਤੁਸੀਂ ਆਪਣੀ ਜ਼ਿੰਦਗੀ
ਆਪਣੀ ਮਰਜ਼ੀ ਨਾਲ ਜੀਵੋਗੇ। ਅਸੀਂ ਤੁਹਾਨੂੰ ਬਿਲਕੁਲ ਵੀ ਰੋਕਾਂ ਟੋਕਾਂਗੇ ਨਹੀਂ, ਪਰ ਕਿਰਪਾ ਕਰਕੇ ਮੈਨੂੰ ਮਾਫ਼ ਕਰ ਦਿਓ। ਇਹ ਕਹਿ ਕੇ ਉਹ ਆਪਣੇ ਸਹੁਰੇ ਦੀ ਬਾਂਹ ਫੜ ਕੇ ਗੱਡੀ ਵਿੱਚ ਬਿਠਾ ਲੈਂਦੀ ਹੈ ਅਤੇ ਆਪਣੀ ਮਾਂ ਨੂੰ ਵੀ ਨਾਲ ਹੀ ਗੱਡੀ ਵਿੱਚ ਬਿਠਾ ਲੈਂਦੀ ਹੈ। ਬਿਰਧ ਆਸ਼ਰਮ ਤੋਂ ਚੱਲ ਕੇ ਕਰਨੈਲ ਦਾ ਪੁੱਤ ਅਤੇ ਨੂੰਹ ਆਪਣੇ ਘਰ ਚਲੇ ਜਾਂਦੇ ਨੇ। ਘਰ ਜਾ ਕੇ ਕਰਨੈਲ ਦੀ ਨੂੰਹ ਆਪਣੀ ਭਰਜਾਈ ਨੂੰ ਫੋਨ ਕਰਦੀ ਹੈ ਅਤੇ ਕਹਿੰਦੀ ਹੈ ਕਿ ਭਾਬੀ, ਤੁਸੀਂ ਮੈਨੂੰ ਝੂਠ ਬੋਲਿਆ। ਮਾਂ ਨੂੰ ਬਿਰਧ ਆਸ਼ਰਮ ਛੱਡ ਕੇ ਤੁਸੀਂ ਕਹਿੰਦੇ ਹੋ ਕਿ ਉਹ ਤੀਰਥ ਯਾਤਰਾ ਤੇ ਚਲੇ ਗਏ ਨੇ। ਤਾਂ ਉਸਦੀ ਭਰਜਾਈ ਕਹਿੰਦੀ ਹੈ ਕਿ ਚਲੋ ਚੰਗਾ ਹੋਇਆ ਜੋ ਤੁਹਾਨੂੰ ਸੱਚਾਈ ਪਤਾ ਲੱਗੀ। ਅਸਲ ਵਿੱਚ ਮੈਂ ਮਾਂ ਨੂੰ ਬਿਰਧ ਆਸ਼ਰਮ ਨਹੀਂ ਛੱਡਿਆ ਸੀ। ਉਹ ਤਾਂ ਜਦੋਂ ਮਾਂ ਨੂੰ ਪਤਾ ਲੱਗਿਆ ਕਿ ਤੁਸੀਂ ਆਪਣੇ ਬਜ਼ੁਰਗ ਸਹੁਰੇ ਨੂੰ ਬਿਰਧ ਆਸ਼ਰਮ ਛੱਡ ਦਿੱਤਾ ਹੈ, ਤਾਂ ਤੁਹਾਨੂੰ ਸਬਕ ਸਿਖਾਉਣ ਲਈ ਅਸੀਂ ਇਹ ਚਾਲ ਚੱਲੀ ਸੀ। ਤੇ ਮੈਨੂੰ ਖੁਸ਼ੀ ਹੈ ਕਿ ਅਸੀਂ ਆਪਣੀ ਚਾਲ ਵਿੱਚ ਕਾਮਯਾਬ ਹੋ ਗਏ। ਜੇ ਕੋਈ ਚਾਲ ਚੱਲਣ ਨਾਲ ਕਿਸੇ ਨੂੰ ਸੁਰਤ ਆਉਂਦੀ ਹੈ, ਕਿਸੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ਅਤੇ ਉਸ ਨੂੰ ਰਿਸ਼ਤਿਆਂ ਦੀ ਅਹਿਮੀਅਤ ਸਮਝ ਆਉਂਦੀ ਹੈ, ਤਾਂ ਅਜਿਹੀ ਚਾਲ ਚੱਲਣ ਵਿੱਚ ਸਾਨੂੰ ਸ਼ਰਮ ਨਹੀਂ ਮੰਨਣੀ ਚਾਹੀਦੀ। ਮੈਂ ਆਪਣੀ ਇਸ ਚਾਲ ਤੋਂ ਸ਼ਰਮਿੰਦਾ ਨਹੀਂ ਹਾਂ। ਆਪਣੀ ਭਰਜਾਈ ਦੀ ਇਹ ਗੱਲ ਸੁਣ ਕੇ ਕਰਨੈਲ ਦੀ ਨੂੰਹ ਉਸ ਤੋਂ ਮਾਫ਼ੀ ਮੰਗਦੀ ਹੈ ਅਤੇ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਮਾਂ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਕਰਵਾਇਆ। ਅੱਜ ਤੋਂ ਬਾਅਦ ਮੈਂ ਆਪਣੇ ਬਜ਼ੁਰਗ ਸਹੁਰੇ ਨਾਲ ਕਦੇ ਵੀ ਦੁਰਵਿਵਹਾਰ ਨਹੀਂ ਕਰਾਂਗੀ। ਤੁਸੀਂ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ। ਹਾਂਜੀ ਦੋਸਤੋ, ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ? ਕਮੈਂਟ ਕਰਕੇ ਜ਼ਰੂਰ ਦੱਸਣਾ। ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਇਸ ਕਹਾਣੀ ਨੂੰ ਲਾਈਕ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਧੰਨਵਾਦ ਜੀ।